ਚਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸਮਿਤਾ ਲੀਵਾਲ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਦੇਸ਼ ਵਿਦੇਸ਼ ਦੀਆਂ ਖਬਰਾਂ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। किसान जथेबंदियां दे वड्डे ऐलान पहलां वांग जारी रहणगे धरने। 17 अक्तूबर नूं पूरे पंजाब च कड्ढे जाणगे मार्च, फूके जाणगे मोदी दे पुतले। कैप्टन ने किया वड्डा दावा, किसानां नूं बिजली संकट दा डरावा। कहा नैशनल ग्रिड तो बिजली खरीदण लई इन्ने पैसे नहीं पंजाब कोल। अवारा ग्रुप का वड्डा कदम, अकाल यूथ नां दी संस्था की कीती शुरुआत। स्कूल कालजां च मुंडियां नूं अपने नाल जोड़न दी करनगे शुरुआत। अतवादियां नाल लोहा लैण वाले शौर्य चक्र विजेता दा शरेआम कतल। स्कूल बैठे नूं कीता गोलियां नाल छल्ली। चंडीगढ़ च दहशत का माहौल, पति ने पत्नी का गला कट किया कतल, मौके तो होया फरार। हुण खबरां विस्तार नाल। चंडीगढ़ च किसान जथेबंदियां ने मीटिंग कर वड्डे फैसले लए ने। उन्होंने कहा कि धरने उसे तरह जारी रहणगे अते बीजेपी लीडरां दे घर दे बाहर अणमिथे समय लई धरने लगाए जाणगे। माल गड्डियां बारे 20 तरीक नूं मीटिंग करके फैसला लिया जावेगा अते 17 अक्तूबर नूं पूरे पंजाब च मार्च कड्ढे जाणगे अते प्रधानमंत्री नरेंद्र मोदी दे पुतले फूके जाणगे। ਜਿਹੜਾ ਕੱਲ ਸਾਡਾ ਡੈਲੀਗੇਸ਼ਨ ਗਿਆ ਸੀ ਉਹਨਾਂ ਨਾਲ ਉਹਨਾਂ ਨੇ ਦੁਰਵਿਵਹਾਰ ਕੀਤਾ। ਇਹਦੇ ਖਿਲਾਫ 17 ਤਰੀਕ ਨੂੰ ਸਾਰੇ ਮਾਰਚ ਕੀਤੇ ਜਾਣਗੇ ਤੇ ਮੋਦੀ ਦੇ ਪੁਤਲੇ ਫੂਕੇ ਜਾਣਗੇ। ਜਿਹੜੇ ਕਰ ਰਹੇ ਆ ਵੀ ਇਹ ਬਿੱਲ ਠੀਕ ਆ, ਉਹਨਾਂ ਦੇ ਖਿਲਾਫ ਵੱਡੀ ਮੂਵਮੈਂਟ ਉਠਾਈ ਜਾਊਗੀ। किसान जथेबंदियां दी केंद्र नाल होई मीटिंग बेसिटा रही, जिस तो बाद किसानां च काफी रोस है। बीते कल किसान जथेबंदियां ने मीटिंग कर वड्डे फैसले लए ने। उन्हां कहा कि धरने उसे तरह जारी रहणगे, किसान अंदोलन होर तेज किया जाएगा ਅਤੇ बीजेपी ਦੇ ਜਿਹੜੇ ਲੀਡਰ ਕੇਂਦਰ ਤੋਂ ਆ ਕੇ ਬਿੱਲਾਂ ਦੇ ਸਹੀ ਹੋਣ ਦਾ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਸਬਕ ਸਿਖਾਉਣ ਦੀ ਗੱਲ ਵੀ ਕਹੀ। उन्होंने कहा कि बीजेपी के केंद्रीय मंत्री जिथे भी खेती कानूनों नूं लैके वर्चुअल रैली करनगे उन्हां दा जोरदार विरोध किया जाएगा। इस दे नाल ही बीजेपी लीडरां दे घर दे बाहर अणमिथे समय लई धरने लगाए जाणगे। अपने रिलायंस के पंप जाम किए हुए आ, मॉल जाम किए हुए आ, इस तो बिना जो टोल प्लाजे आ वो साडे जाम किए आ, वो ज्यों दे त्यों जारी रहणगे। इस तो बिना कोल ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਆ ਸੈਂਟਰ ਤੋਂ ਆ ਕੇ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੇ ਆ, ਜਿਹੜੇ ਇਹ ਕਰ ਰਹੇ ਆ ਵੀ ਇਹ ਬਿੱਲ ਠੀਕ ਆ, ਉਹਨਾਂ ਦੇ ਖਿਲਾਫ ਵੱਡੀ ਮੂਵਮੈਂਟ ਉਠਾਈ ਜਾਊਗੀ ਪੰਜਾਬ ਅੰਦਰ। ਉਹਨਾਂ ਦੇ ਘਰਾਂ ਦੇ ਘਰਾਓ, ਉਹਨਾਂ ਦੇ ਜਿੱਥੇ ਪ੍ਰੈਸ ਕਾਨਫਰੰਸ ਕਰਨਗੇ ਉੱਥੇ ਘਰਾਓ ਕੀਤੇ ਜਾਣਗੇ, ਉਹ ਲਗਾਤਾਰ ਜਾਰੀ ਹੈ। ਵੱਡੀ ਮੂਵਮੈਂਟ ਆ, ਮਤਲਬ ਸਾਰੇ ਇਹਨਾਂ ਦੇ ਘਰਾਂ ਤੱਕ ਘਰਾਂ ਦੇ ਮੂਹਰੇ ਜਾ ਕੇ ਧਰਨੇ ਲੈ ਜਾਣਗੇ। ਬਹੁਤ ਸਹੀ ਸ਼ੁਰੂ ਹੋ ਚੁੱਕੇ ਆ, ਜਿੱਥੇ ਰਹਿੰਦੇ ਆ ਉੱਥੇ ਉਹ 1-2 ਦਿਨਾਂ 'ਚ ਸ਼ੁਰੂ ਹੋ ਜਾਣਗੇ। ਜਿਹੜੇ ਮੰਤਰੀ ਮਿਲਣ ਆਏ ਸੀ ਕੱਲ ਉਹਨਾਂ ਨੇ ਵਰਚੁਅਲ ਕਾਨਫਰੰਸ ਕਰਨ ਦੀ ਕੋਸ਼ਿਸ਼ ਕੀਤੀ ਸੰਗਰੂਰ 'ਚ। ਸਾਡੇ ਸਾਥੀਆਂ ਨੇ ਜਾ ਕੇ ਉਹ ਜਿਹੜੀ ਮੀਟਿੰਗ ਹੈ ਉਹਨੂੰ ਰੋਕਿਆ। ਇਸੇ ਤਰ੍ਹਾਂ ਦੀ ਜਿਹੜੇ ਸ਼ਹਿਰ 'ਚੋਂ ਜਾਣਗੇ, ਜਿੱਥੇ ਜਿੱਥੇ ਵੀ ਆਉਣਗੇ ਉਹਨਾਂ ਦਾ ਅਸੀਂ ਵਿਰੋਧ ਕਰਾਂਗੇ। ਉਹਨਾਂ ਦੀਆਂ ਅਸੀਂ ਲਿਸਟਾਂ ਲਵਾਂਗੇ, ਉਹ ਕਿਹੜੇ ਸ਼ਹਿਰ ਜਾ ਰਹੇ ਆ, ਕਿੱਥੇ ਜਾ ਰਹੇ ਆ, ਕਿੱਥੇ ਪ੍ਰੋਗਰਾਮ ਕਰ ਰਹੇ ਆ, ਉਧਰ ਨੂੰ ਅਸੀਂ ਮਾਰਚ ਕਰਾਂਗੇ। उन्होंने कहा कि माल गड्डियां नूं अजे कोई छूट नहीं, 20 नूं मीटिंग करके फैसला लिया जाएगा। इस मौके उन्होंने यह जानकारी भी दी कि उन्होंने कैप्टन सरकार नूं दिता अल्टीमेट वापस ले लिया है, क्योंकि उन्होंने सैशन बुलाने का फैसला ले लिया है। नहीं अजे असीं कोई छोड़ नहीं, जिवें पहला साडा अंदोलन चलदा उवें जारी रहूगा। 20 ਨੂੰ ਸਾਡੀ ਮੀਟਿੰਗ ਆ, 20 ਨੂੰ ਮੀਟਿੰਗ ਆ, ਅਗਲਾ ਫੈਸਲਾ ਅਸੀਂ 20 ਦੀ ਮੀਟਿੰਗ 'ਚ ਲਵਾਂਗੇ। ਨਹੀਂ ਇਹਦਾ ਅਣਮਿੱਥੇ ਸਮੇਂ ਲਈ ਚੱਲਦਾ, ਇਹ ਅਣਮਿੱਥੇ ਸਮੇਂ ਲਈ ਚੱਲਦਾ। 20 ਨੂੰ ਅਸੀਂ ਮੀਟਿੰਗ ਕਰਨੀ। ਇੱਕ ਅਸੀਂ ਅਲਟੀਮੇਟਮ ਦਿੱਤਾ ਹੀ ਪੰਜਾਬ ਗਵਰਨਮੈਂਟ ਨੂੰ, ਉਹ ਅਸੀਂ ਵਾਪਸ ਲੈ ਲਿਆ, क्योंकि पंजाब गवर्नमेंट ने
ਜਿਹੜਾ ਬਜਟ ਇਜਲਾਸ ਆ ਉਹ ਵਿਧਾਨ ਸਭਾ ਦਾ ਇਜਲਾਸ ਆ ਉਹ ਉਹਨੇ ਸੱਦਣ ਦਾ ਫੈਸਲਾ ਕਰ ਲਿਆ। ਇਸ ਕਰਕੇ ਅਸੀਂ ਉਹ ਆਪਦੀ ਪ੍ਰਾਪਤੀ ਸਮਝਦੇ ਹਾਂ। ਅਸੀਂ ਸਮਝਦੇ ਹਾਂ ਕਿਸਾਨ ਜਥੇਬੰਦੀਆਂ ਦੇ ਦਬਾਅ ਦਾ ਸਦਕਾ ਉਹਨਾਂ ਨੇ ਇਜਲਾਸ ਸੱਦਿਆ। ਇਹ ਬਾਕੀ ਜਿਹੜਾ ਫੈਸਲਾ ਉਹ ਗਵਰਨਮੈਂਟ ਨੇ ਕਰਨਾ ਹੈ। ਕਿਸਾਨ ਯੂਨੀਅਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਬੁਲਾ ਕੇ ਕਿਸਾਨ ਵਫਦ ਦਾ ਅਪਮਾਨ ਕੀਤਾ ਹੈ, ਜਿਸ ਕਾਰਨ 17 ਅਕਤੂਬਰ ਨੂੰ ਪੂਰੇ ਪੰਜਾਬ 'ਚ ਮਾਰਚ ਕੱਢੇ ਜਾਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾਣਗੇ। ਕਿਸਾਨਾਂ ਨੇ ਮੀਟਿੰਗ 'ਚ ਇੱਕ ਅਹਿਮ ਫੈਸਲਾ ਵੀ ਕੀਤਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਦਿੱਲੀ ਨਹੀਂ ਜਾਣਗੇ। ਹਾਲਾਂਕਿ ਆਪਣੀ ਪਲੈਨਿੰਗ ਦੇ ਹਿਸਾਬ ਨਾਲ ਉਹ ਵਿਰੋਧ ਲਈ ਦਿੱਲੀ ਜਾ ਸਕਦੇ ਨੇ। 17 ਤਰੀਕ ਨੂੰ ਅਸੀਂ ਮੋਦੀ ਦੇ ਖਿਲਾਫ ਜਿਹੜਾ ਕੱਲ ਸਾਡਾ ਡੈਲੀਗੇਸ਼ਨ ਗਿਆ ਸੀ ਉਹਨਾਂ ਨਾਲ ਉਹਨਾਂ ਨੇ ਦੁਰਵਿਵਹਾਰ ਕੀਤਾ। ਅਸੀਂ ਸਮਝਦੇ ਹਾਂ ਡੈਲੀਗੇਸ਼ਨ ਦੀ ਬੇਇੱਜ਼ਤੀ ਕੀਤੀ ਹੈ। ਇਹਦੇ ਖਿਲਾਫ 17 ਤਰੀਕ ਨੂੰ ਸਾਰੇ ਮਾਰਚ ਕੀਤੇ ਜਾਣਗੇ ਤੇ ਮੋਦੀ ਦੇ ਪੁਤਲੇ ਫੂਕੇ ਜਾਣਗੇ ਸਾਰੇ ਪੰਜਾਬ 'ਚ ਕਿਉਂਕਿ ਅਸੀਂ ਬਹੁਤ ਥਾਈਂ ਬੈਠੇ ਹਾਂ। ਰੇਲਵੇ ਸਟੇਸ਼ਨਾਂ ਤੇ ਬੈਠੇ ਹਾਂ, ਅਸੀਂ ਮੌਲਾਂ ਦੇ ਮੂਹਰੇ ਬੈਠੇ ਹਾਂ। ਉੱਥੋਂ ਹੀ ਉਹ ਮਾਰਚ ਕੱਢੇ ਜਾਣਗੇ ਤੇ ਉਹਨਾਂ ਦੇ 17 ਤਰੀਕ ਨੂੰ ਅਸੀਂ ਉਹਨਾਂ ਦੇ ਪੁਤਲੇ ਕੈਪਟਨ ਅਮਰਿੰਦਰ ਸਿੰਘ ਨੇ ਆਸ ਕੈਪਟਨ ਦੇ 18ਵੇਂ ਐਡੀਸ਼ਨ 'ਚ ਇੱਕ ਵਾਰ ਫਿਰ ਰੇਲਵੇ ਪਟੜੀ ਤੇ ਬੈਠੇ ਕਿਸਾਨਾਂ ਨੂੰ ਕੋਲੇ ਦੀ ਕਮੀ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਹੋਣ ਦਾ ਖਦਸ਼ਾ ਜਤਾਇਆ ਹੈ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਕੋਲੇ ਦੀ ਘਾਟ ਕਾਰਨ ਸਿਰਫ 2 ਯੂਨਿਟ ਬਚੇ ਨੇ ਜੋ ਬਿਜਲੀ ਪੈਦਾ ਕਰ ਰਹੇ ਨੇ, ਬਾਕੀ ਬੰਦ ਨੇ। ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਕੋਲ ਨੈਸ਼ਨਲ ਗ੍ਰਿਡ ਤੋਂ ਬਿਜਲੀ ਖਰੀਦਣ ਦੇ ਲਈ ਇੰਨੇ ਪੈਸੇ ਨਹੀਂ। ਤੁਹਾਨੂੰ ਪਤਾ ਹੈ ਕਿ ਕੱਲ ਸਾਡੀ ਕੈਬਨਿਟ ਦੀ ਮੀਟਿੰਗ ਹੋਈ ਸੀ। ਉਹਦੇ ਵਿੱਚ ਕਿ 19 ਤਰੀਕ ਨੂੰ ਵਿਧਾਨ ਸਭਾ ਦਾ ਅਸੀਂ ਇੱਕ ਸੈਸ਼ਨ ਬੁਲਾ ਰਹੇ ਹਾਂ। ਅਫਸੋਸ ਹੈ ਮੈਨੂੰ ਕਿ ਕੱਲ ਜੋ ਕਿਸਾਨ ਸਾਡੇ ਗਏ ਸੀ ਪੰਜਾਬ ਕਿ ਤੁਸੀਂ ਸੈਂਟਰਲ ਉੱਥੇ ਨੈਸ਼ਨਲ ਗ੍ਰਿਡ ਤੋਂ ਤੁਸੀਂ ਖਰੀਦ ਲਓ। ਕਿੰਨਾ ਅਸੀਂ ਖਰੀਦਾਂਗੇ ਨੈਸ਼ਨਲ ਗ੍ਰਿਡ ਤੋਂ? ਕਿੱਥੋਂ ਪੈਸੇ ਆਉਣਗੇ? लगातार किसान खेती कानूनां ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਨੇ। ਟੋਲ ਪਲਾਜ਼ਾ ਤੋਂ ਲੈ ਕੇ ਰੇਲ ਪਟੜੀਆਂ ਤੱਕ ਕਿਸਾਨ ਬੈਠੇ ਹੋਏ ਨੇ। ਕਿਸਾਨਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪੰਜਾਬ 'ਚ ਠੱਪ ਹੋ ਗਈ ਹੈ, ਜਿਸ ਕਾਰਨ ਪੰਜਾਬ 'ਚ ਆਉਣ ਵਾਲੇ ਕੋਲੇ ਅਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਹੋ ਗਈ ਹੈ, ਜਿਸ ਕਾਰਨ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕੋਲੇ ਦੀ ਕਮੀ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਹੋਣ ਦਾ ਖਦਸ਼ਾ ਜਤਾਇਆ ਹੈ। जी हाँ, उन्होंने कहा कि किसान अंदोलन करके कोले की घाट कारण सिर्फ 2 यूनिट बचे ने जो बिजली पैदा कर रहे हैं, बाकी थां बिजली बननी बंद हो गई है। जे पंजाब च कोला नहीं आउंदा तां बिजली की घाट वधेगी। उन्होंने कहा कि पंजाब कोल नैशनल ग्रिड तो बिजली खरीदण लई इन्ने पैसे नहीं। इस मौके कैप्टन ने कई सवाल खड़े किए कि जे रेल नहीं चलती तो मैं चौलों नूं दूजी जगह किवें भेजांगा, कणक दी अगली फसल लई यूरिया किवें आवेगा। कैप्टन ने कोला खाद अते पेट्रोल डीजल दी कमी दी भी चिंता जताई है। उन्हां फसल दी स्टोरेज लई आ रही कमी दा भी जिक्र कीता है। होर की कहा उन्होंने, आओ देखदे हां। ਤੁਹਾਨੂੰ ਪਤਾ ਹੈ ਕਿ ਕੱਲ ਸਾਡੀ ਕੈਬਨਿਟ ਦੀ ਮੀਟਿੰਗ ਹੋਈ ਸੀ। ਉਹਦੇ ਵਿੱਚ ਅਸੀਂ ਇੱਕ ਤਾਂ ਮੁੱਦਾ ਜੋ ਪਾਸ ਕੀਤਾ ਸੀ ਕਿ 19 ਤਰੀਕ ਨੂੰ ਵਿਧਾਨ ਸਭਾ ਦਾ ਅਸੀਂ ਇੱਕ ਸੈਸ਼ਨ ਬੁਲਾ ਰਹੇ ਹਾਂ ਤਾਂ ਕਿ ਇਹ ਜਿਹੜਾ ਕਿਸਾਨੀ ਦਾ ਮਸਲਾ ਪੰਜਾਬ ਦੇ ਸਾਹਮਣੇ ਔਰ ਸਾਰੀ ਕਿਸਾਨੀ ਦੇ ਸਾਹਮਣੇ ਆਇਆ ਉਹਦੇ ਉੱਪਰ ਬਹਿਸ ਕਰਕੇ ਕੋਈ ਫੈਸਲਾ ਅਸੀਂ ਉੱਥੇ ਕਰੀਏ। ਅਫਸੋਸ ਹੈ ਮੈਨੂੰ ਕਿ ਕੱਲ ਜੋ ਕਿਸਾਨ ਸਾਡੇ ਗਏ ਸੀ ਪੰਜਾਬ ਉੱਥੇ ਉਹਨਾਂ ਦੇ ਵਜ਼ੀਰਾਂ ਨੂੰ ਮਿਲਣ ਲਈ ਕੋਈ ਵਜ਼ੀਰ ਉਹਨਾਂ ਨੂੰ ਮਿਲਿਆ ਨਹੀਂ ਔਰ ਉਹ ਬੜੇ ਰੁੱਸ ਕੇ ਹੀ ਮੈਂ ਕਹਾਂ ਵਾਪਸ ਆਏ ਨੇ। ਵੈਸੇ ਜਦੋਂ ਤੁਸੀਂ ਕਿਸੇ ਨੂੰ ਸੱਦਦੇ ਹੋ ਉਹ ਤੁਹਾਡੇ ਮਹਿਮਾਨ ਨੇ ਔਰ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਤੁਹਾਨੂੰ ਮਿਲਣ ਔਰ ਤੁਹਾਡੀ ਗੱਲਾਂ ਸਮਝਣ ਔਰ ਫਿਰ ਉਹਦਾ ਤੋਂ ਕੋਈ ਫੈਸਲਾ ਕਰਨ। ਫਿਰ ਵੀ ਅਸੀਂ ਆਪਣੇ ਤੌਰ 'ਤੇ ਸਾਡੇ ਅੱਜ 3 ਵਜ਼ੀਰ ਅਸੀਂ ਕਿਸਾਨਾਂ ਕੋਲ ਭੇਜੇ ਨੇ ਤਾਂ ਕਿ ਉਹਨਾਂ ਦੇ ਨਾਲ ਬਹਿ ਕੇ ਇਹ ਗੱਲਬਾਤ ਅੱਗੇ ਚਲਾਉਣ ਕਿ ਕਿਸ ਤਰੀਕੇ ਨਾਲ ਅਸੀਂ ਇਹਦਾ ਕੋਈ ਹੱਲ ਕੱਢ ਸਕੀਏ। ਇਹ ਤਾਂ ਦੋ ਇਹ ਗੱਲਾਂ ਸੀ। ਆਮ ਮੁੱਦਾ ਜੋ ਅੱਜ ਅਖਬਾਰਾਂ ਦੇ ਵਿੱਚ ਬਹੁਤ ਕੁਝ ਦਿਨਾਂ ਤੋਂ ਆ ਰਿਹਾ ਹੈ ਔਰ ਕਈ ਕਿਸਾਨ ਅੱਜ ਜਥੇਬੰਦੀਆਂ ਸੜਕਾਂ 'ਤੇ ਬੈਠੀਆਂ ਨੇ, ਰੇਲਵੇ ਲਾਈਨਾਂ 'ਤੇ ਬੈਠੀਆਂ ਨੇ ਵਗੈਰਾ। ਅਸੀਂ ਚਾਹੁੰਦੇ ਹਾਂ ਕਿ ਇਹਦਾ ਹੱਲ ਜਲਦੀ ਨਿਕਲੇ ਕਿਉਂਕਿ ਨਹੀਂ ਤਾਂ ਪੰਜਾਬ ਦਾ ਹੀ ਨੁਕਸਾਨ ਹੋਊ। ਹੁਣ ਪਹਿਲੀ ਗੱਲ ਤਾਂ ਇਹ ਹੈ ਅਗਰ ਆਪਾਂ ਟ੍ਰੇਨਾਂ 'ਤੇ ਬੈਠਾਂਗੇ ਕੋਲਾ ਨਹੀਂ ਆਊਗਾ,
ਕੋਲਾ ਨਹੀਂ ਆਊਗਾ ਤਾਂ ਸਾਡੇ ਜਿਹੜੇ ਬਿਜਲੀ ਬੰਦ ਹੋ ਜਾਣੀ ਹੈ। ਇਹ ਪਤਾ ਨਹੀਂ ਕੌਣ ਇੱਥੋਂ ਕੋਈ ਗਲਤ ਗੱਲਾਂ ਕਰਦਾ ਹੈ। ਅਸਲੀਅਤ ਇਹ ਹੈ ਕਿ ਸਾਡੀ ਲਹਿਰਾ ਮੁਹੱਬਤ ਹੁਣ ਤਕਰੀਬਨ ਬੰਦ ਹੋਣ 'ਤੇ ਆ ਗਈ। ਸਾਡੀ ਜਿਹੜੀ ਉੱਥੇ GVK ਦੀ ਸੀਗੀ ਆਪਣੇ ਤਰਨਤਾਰਨ ਦੇ ਕੋਲ, ਉੱਥੇ ਉਹ ਬੰਦ ਹੋ ਗਈ ਹੈ ਯੂਨਿਟ। 2 ਸਾਡੇ ਯੂਨਿਟ ਰਹਿ ਗਏ ਨੇ, ਕਿਸੇ ਦੇ ਕੋਲ ਇੱਕ ਦਿਨ ਦਾ ਕੋਲ ਹੈ, ਕਿਸੇ ਦਿਨ 4 ਦਿਨ ਦਾ ਕੋਲ ਹੈ। ਉਹ ਵੀ ਅਗਰ ਬੰਦ ਹੋ ਜਾਣਗੇ ਪੰਜਾਬ ਦੇ ਵਿੱਚ, ਅਸੀਂ ਜਿੰਨੀ ਇੱਕ ਅਖਬਾਰ 'ਚ ਕਿਸੇ ਨੇ ਕਿਹਾ ਸੀ ਕਿ ਤੁਸੀਂ ਸੈਂਟਰਲ ਉੱਥੇ ਨੈਸ਼ਨਲ ਗ੍ਰਿਡ ਤੋਂ ਤੁਸੀਂ ਖਰੀਦ ਲਓ, ਕਿੰਨਾ ਅਸੀਂ ਖਰੀਦਾਂਗੇ ਨੈਸ਼ਨਲ ਗ੍ਰਿਡ ਤੋਂ, ਔਰ ਕਿੱਥੋਂ ਪੈਸੇ ਆਉਣਗੇ ਉਹ ਗ੍ਰਿਡ ਤੋਂ ਲੈਣ ਵਾਸਤੇ? ਜਦ ਅਸੀਂ ਕੁਛ ਪੈਸੇ ਤਾਂ ਕਿਸਾਨਾਂ ਵਾਸਤੇ ਤਾਂ ਅਸੀਂ ਮੁਫਤ ਦੀ ਬਿਜਲੀ ਦੇ ਰਹੇ ਹਾਂ, ਤਾਂ ਫਿਰ ਪੈਸੇ ਕਿੱਥੋਂ ਆਉਣਗੇ ਤਾਂ ਕਿ ਅਸੀਂ ਨੈਸ਼ਨਲ ਗ੍ਰਿਡ ਤੋਂ ਖਰੀਦ ਸਕੀਏ? ਤਾਂ ਇਹ ਗੱਲਾਂ ਕੁਛ ਨੇ ਜਿਹੜੀ ਮੈਂ ਆਸ ਕਰਦਾ ਕਿ ਕਿਸਾਨ ਯੂਨੀਅਨਸ ਵੀ ਇਸ ਗੱਲ ਨੂੰ ਦੇਖਣਗੀਆਂ ਔਰ ਸੋਚਣਗੀਆਂ ਇਹਦੇ ਬਾਰੇ। ਸਿਰਫ ਇਹੀ ਨਹੀਂ, ਡੀਜ਼ਲ ਵੀ ਆਉਂਦਾ ਉਸ ਦੇ ਰਾਹੀਂ, ਪੈਟਰੋਲੀਅਮ ਪ੍ਰੋਡਕਟਸ ਸਾਡੇ ਆਉਂਦੇ ਨੇ। ਉਹਦੇ ਵਿੱਚ ਸਾਡੀ ਅੱਜ ਜਿਹੜੀ ਹੁਣ ਥੋੜ੍ਹੀ ਵਾਢੀ ਮੰਡੀ 'ਚ ਆਉਣ ਲੱਗ ਗਈ, ਉਹ ਕਿੱਥੇ ਸਟੋਰ ਹੋਊਗੀ? ਕਿਉਂਕਿ ਸਟੋਰ ਤਾਂ ਪਹਿਲਾਂ ਹੀ ਸਾਡੇ ਭਰੇ ਨੇ। ਅਗਰ ਟ੍ਰੇਨਾਂ ਨੂੰ ਤੁਸੀਂ ਜਾਣਦੇ ਹੋਗੇ ਕਿ ਫਿਰ ਅਸੀਂ ਖਾਲੀ ਕੈਸੇ ਕਰਾਂਗੇ ਸਟੋਰਾਂ ਨੂੰ? ਤਾਂ ਇਹ ਸਾਰੀਆਂ ਚੀਜ਼ਾਂ ਕਿਸਾਨੀ ਦੇ ਨਾਲ ਸੰਬੰਧਿਤ ਨੇ, ਔਰ ਮੈਂ ਸਮਝਦਾ ਸੀ ਕਿ ਸੈਂਟਰ ਵਾਲੇ ਬਹਿ ਕੇ ਇਹਨਾਂ ਨਾਲ ਕੋਈ ਗੱਲ ਕਰਨਗੇ। ਫਿਰ ਵੀ ਮੈਂ ਆਸ ਕਰਦਾ ਕਿ ਪੰਜਾਬ ਦਾ ਭਵਿੱਖ ਨੂੰ ਮੁੱਖ ਰੱਖਦੇ ਹੋਏ ਸਾਡੇ ਕਿਸਾਨ ਯੂਨੀਅਨ ਵੀ ਇਹ ਗੱਲਾਂ ਨੂੰ ਆਪਣੇ ਤੌਰ 'ਤੇ ਦੇਖਣਗੇ। ਇਹ ਸਾਰੀਆਂ ਗੱਲਾਂ ਕੈਪਟਨ ਨੇ ਆਸਕ ਕੈਪਟਨ ਦੇ 18ਵੇਂ ਐਡੀਸ਼ਨ 'ਚ ਕਹੀਆਂ। ਇਹਨਾਂ ਗੱਲਾਂ ਤੋਂ ਸਾਫ਼ ਹੈ ਕਿ ਕੈਪਟਨ ਸਾਹਿਬ ਚਾਹੁੰਦੇ ਨੇ ਕਿ ਕਿਸਾਨ ਰੇਲ ਪਟੜੀਆਂ ਤੋਂ ਧਰਨੇ ਚੁੱਕਦੇ, ਪਰ ਕਿਸਾਨ ਨੂੰ ਸਭ ਪਤਾ ਹੈ, ਉਹ ਆਪਣੇ ਹੱਕਾਂ ਲਈ ਡਟਿਆ ਹੋਇਆ ਹੈ। ਦੱਸ ਦੇ ਕਿ ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਜੇਕਰ ਸਰਕਾਰਾਂ ਉਹਨਾਂ ਦਾ ਸਾਥ ਦੇਣਗੀਆਂ ਤਾਂ ਹੀ ਉਹ ਸਰਕਾਰਾਂ ਦਾ ਸਾਥ ਦੇਣਗੇ, ਨਹੀਂ ਤਾਂ ਉਹ ਆਪਣੇ ਤਰੀਕੇ ਨਾਲ ਪ੍ਰਦਰਸ਼ਨ ਕਰਨਗੇ। 19 ਅਕਤੂਬਰ ਨੂੰ ਹੋਣ ਵਾਲੇ ਪੰਜਾਬ ਵਿਧਾਨ ਸਪੈਸ਼ਲ ਇਜਲਾਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਸਾਨ ਕੀ ਫੈਸਲਾ ਲੈਂਦੇ ਨੇ, ਕਿਉਂਕਿ ਉਹਨਾਂ ਨੇ ਕਿਹਾ ਹੈ ਕਿ 20 ਤਰੀਕ ਨੂੰ ਮੀਟਿੰਗ ਕਰਕੇ ਹੀ ਦੱਸਿਆ ਜਾਵੇਗਾ। 19 ਨੂੰ ਇਜਲਾਸ ਹੈ ਤੇ 20 ਨੂੰ ਉਹਨਾਂ ਦੀ ਮੀਟਿੰਗ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਸਾਹਿਬ ਕੀ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਨੇ ਜਾਂ ਫਿਰ ਕੈਪਟਨ ਵੀ ਕਿਸਾਨਾਂ ਨੂੰ ਨਿਰਾਸ਼ ਮੋੜਦੇ ਨੇ। ਜਗਤਾਰ ਸਿੰਘ ਹਵਾਰਾ ਗਰੁੱਪ ਵੱਲੋਂ ਯੂਥ ਨੂੰ ਜੋੜਨ ਲਈ ਇੱਕ ਨਵੀਂ ਸੰਸਥਾ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਨਾਂ ਅਕਾਲ ਯੂਥ ਨਾਂ ਰੱਖਿਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖ ਜਥੇਬੰਦੀ ਨੇ ਕਿਹਾ ਕਿ ਅਕਾਲ ਯੂਥ ਨਾਂ ਦੀ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਦੀ ਕੋਸ਼ਿਸ਼ ਹੈ ਕਿ ਹਰ ਵਰਗ ਉਹਨਾਂ ਦੇ ਨਾਲ ਜੁੜੇ। ਯਾਨੀ ਜਗਤਾਰ ਸਿੰਘ ਜੀ ਹਵਾਰਾ, ਉਹਨਾਂ ਦੇ ਆਦੇਸ਼ਾਂ ਦੇ ਮੁਤਾਬਕ ਇਹ ਸਿੱਖ ਜਥੇਬੰਦੀ ਦਾ ਸੰਗਠਨ ਕੀਤਾ ਗਿਆ ਅਕਾਲ ਯੂਥ ਦਾ। 450 ਸਰੂਪ ਗੱਡੀ ਤੇ ਕਲਾਏ ਸੀ ਸ਼ਿਪ ਰਾਹੀਂ ਕੈਨੇਡਾ। ਉਹ ਸਰੂਪ ਸਮੁੰਦਰ ਦੇ ਕੰਢੇ ਬੱਸ ਖਲੋਤੀ ਗਲ ਗਈ ਤੇ ਵਿੱਚੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸਲਾਬੇ ਗਏ। ਜਗਤਾਰ ਸਿੰਘ ਹਵਾਰਾ ਗਰੁੱਪ ਵੱਲੋਂ ਇੱਕ ਨਵੀਂ ਸ਼ੁਰੂਆਤ ਕਰਦੇ ਹੋਏ ਯੂਥ ਨੂੰ ਆਪਣੇ ਵੱਲ ਖਿੱਚਣ ਲਈ ਇੱਕ ਨਵੀਂ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਨਾਂ ਅਕਾਲ ਯੂਥ ਨਾਂ ਰੱਖਿਆ ਗਿਆ। ਇਸੇ ਲੜੀ ਦੇ ਤਹਿਤ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਤੋਂ ਬਾਅਦ ਇਸ ਦੀ ਸ਼ੁਰੂਆਤ ਕੀਤੀ ਗਈ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਅਕਾਲ ਯੂਥ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਕਰਕੇ ਇਹ ਹੁਣ ਸਕੂਲ ਕਾਲਜਾਂ ਵਿੱਚ ਲੋਕਾਂ ਤੇ ਖਾਸ ਕਰਕੇ ਮੁੰਡਿਆਂ ਨੂੰ ਆਪਣੇ ਵੱਲ ਪ੍ਰੇਰਿਤ ਕੀਤਾ ਜਾਵੇਗਾ। ਇਸ 'ਚ ਸਿਰਫ ਸਿੱਖ ਹੀ ਨਹੀਂ ਬਲਕਿ ਦਰਸ਼ਕ ਵੀ ਸ਼ਾਮਲ ਹੋ ਸਕਣਗੇ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਹਰ ਵਰਗ ਸਾਡੇ ਨਾਲ ਜੁੜੇ, ਜਿਸ ਕਰਕੇ ਇਸ ਦੀ ਸਥਾਪਨਾ ਕੀਤੀ ਗਈ ਹੈ। ਕੌਮ ਦੇ ਕੌਮੀ ਜਥੇਦਾਰ ਸਰਬ ਪ੍ਰਵਾਨਿਤ ਜਥੇਦਾਰ ਸਿੰਘ ਸਾਹਿਬ ਜਥੇਦਾਰ ਹਵਾਰਾ ਜੀ ਯਾਨੀ ਜਗਤਾਰ ਸਿੰਘ ਜੀ ਹਵਾਰਾ, ਉਹਨਾਂ ਦੇ ਆਦੇਸ਼ਾਂ ਦੇ ਮੁਤਾਬਕ ਇਹ ਸਿੱਖ ਜਥੇਬੰਦੀ ਦਾ ਸੰਗਠਨ ਕੀਤਾ ਗਿਆ ਅਕਾਲ ਯੂਥ ਦਾ, ਤਾਂ ਕਿ ਕੌਮ ਦੇ ਅੰਦਰ ਜਿਹੜੀ ਗਿਰਾਵਟ ਹੈ, ਗੁਰਧਾਮਾਂ ਦੇ ਅੰਦਰ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਰੋਇਆ ਅਪਮਾਨ ਹੁੰਦਾ ਹੈ, ਸਾਰੇ ਮੁੱਦਿਆਂ ਨੂੰ ਵਿਚਾਰਨ ਵਾਸਤੇ ਪੰਜ ਪ੍ਰਧਾਨੀ 5 ਸਿੰਘ ਉਹਨਾਂ ਨੇ ਨਿਯੁਕਤ ਕੀਤੇ ਨੇ। ਅਕਾਲ ਯੂਥ ਫੈਡਰੇਸ਼ਨ ਦੇ ਆਗੂ ਜਿਹੜੇ ਬਣਾਏ ਨੇ, ਉਹਨਾਂ ਦੇ ਜ਼ਿੰਮੇ ਇਹ ਸਾਰੀ ਸੇਵਾ ਲਾਈ ਗਈ ਹੈ। ਸਭ ਤੋਂ ਪਹਿਲਾਂ ਜਥੇਬੰਦੀ ਦਾ ਸੰਗਠਨ ਕਰਨ ਤੋਂ ਪਹਿਲਾਂ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸਾ ਸੋਧਿਆ ਗਿਆ। ਸਤਿਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਗਿਆ ਵੀ ਸਤਿਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰੋ ਤੇ ਜਥੇਬੰਦੀ ਨੂੰ ਬਲ ਬਖਸ਼ੋ ਤਾਂ ਕਿ ਕੌਮ ਦੀ ਪੰਥ ਦੀ ਇਹ ਨਿੱਘਰ ਸੇਵਾ ਕਰ ਸਕਣ।
ਜਥੇਬੰਦੀਆਂ ਭਾਵੇਂ ਫੈਡਰੇਸ਼ਨਾਂ ਦੇ ਹੋਰ ਰੂਪਾਂ ਵਿੱਚ ਅੱਗੇ ਵੀ ਵਿਚਰਦੀਆਂ ਸੀ, ਪਰ ਉਹ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ 84 ਤੋਂ ਬਾਅਦ ਕਰੀਬਨ ਉਹ ਸਾਰੇ ਔਰ ਬਾਦਲ ਦਲ ਦੇ ਖੇਮੇ ਵਿੱਚ ਜਾ ਪਹੁੰਚੇ ਨੇ। ਜਿਸ ਵਾਸਤੇ ਜਿਸ ਮਕਸਦ ਵਾਸਤੇ ਉਹ ਵੀਰ ਬਣਾਏ ਗਏ ਸੀ, ਉਹਨਾਂ ਨੂੰ ਉਸ ਮਕਸਦ ਦਾ ਚੇਤਾ ਭੁੱਲ ਗਿਆ ਹੈ ਤੇ ਉਹ ਕੇਵਲ ਕਈ ਧੜਿਆਂ ਵਿੱਚ ਔਰ ਸਾਰੇ ਕਰੀਬਨ ਧੜੇ ਜਿਹੜੇ ਨੇ ਉਹ ਸਿਆਸਤਦਾਨਾਂ ਦੀ ਲਪੇਟ ਵਿੱਚ ਆ ਚੁੱਕੇ ਨੇ। ਅੱਜ ਸਮੇਂ ਦੀ ਲੋੜ ਸੀ, ਮੁੱਖ ਮੰਗ ਸੀ ਕੋਈ ਐਸੀ ਸਰਬ ਸਾਂਝੀ ਔਰ ਕੋਈ ਜਥੇਬੰਦੀ ਬਣਾਈ ਜਾਵੇ। ਜਥੇਦਾਰ ਜੀ ਦੇ ਮਨ 'ਚ ਖਿਆਲ ਔਰ ਹਮੇਸ਼ਾ ਉਹ ਕੌਮ ਨੂੰ ਪੰਥ ਨੂੰ ਸਮਰਪਿਤ ਨੇ, ਤਾਂ ਹੀ ਇੰਨੇ ਅਰਸੇ ਤੋਂ ਇੰਨੇ ਤਸੀਹੇ ਚੱਲ ਰਹੇ ਨੇ। ਔਰ ਉਹਨਾਂ ਦੇ ਮਨ 'ਚ ਸੀ ਵੀ ਜਥੇਬੰਦੀ ਦਾ ਸੰਗਠਨ ਹੋਵੇ। ਉਹਨਾਂ ਦੇ ਹੁਕਮ ਦੇ ਮੁਤਾਬਕ ਅਕਾਲ ਯੂਥ ਇਹ ਜਥੇਬੰਦੀ ਜਿਹੜੀ ਹੈ ਇਹਦਾ ਸੰਗਠਨ ਅੱਜ ਕੀਤਾ ਗਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ 328 ਸਰੂਪ ਨਹੀਂ ਜੋ ਵਿਦੇਸ਼ਾਂ ਵਿੱਚ ਸਰੂਪ ਗਏ ਨੇ, ਉਹਦਾ ਹਿਸਾਬ ਵੀ ਸ਼੍ਰੋਮਣੀ ਕਮੇਟੀ ਨੂੰ ਦੇਣਾ ਪਏਗਾ ਅਤੇ ਸਿੱਖ ਜਥੇਬੰਦੀਆਂ ਉਸ ਦਾ ਹਿਸਾਬ ਲੈ ਕੇ ਹੀ ਛੱਡਣਗੀਆਂ। ਇਸ ਮੌਕੇ ਉਹਨਾਂ ਐਸਜੀਪੀਸੀ ਨੂੰ ਕਈ ਹੋਰ ਸ਼ਬਦੀ ਚਪੇੜਾਂ ਮਾਰੀਆਂ। ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਲਾਪਤਾ ਨੇ। 450 ਸਰੂਪ ਗੱਡੀ ਤੇ ਘਲਾਏ ਸੀ ਸ਼ਿਪ ਰਾਹੀਂ ਕੈਨੇਡਾ। ਇੱਥੋਂ ਕੋਈ ਲੀਡਰਾਂ ਨੇ ਜਾਣਾ ਸੀ, ਉਹਨਾਂ ਨੂੰ ਸਮਾਂ ਨਹੀਂ ਲੱਗਾ ਜਹਾਜ਼ ਤੇ ਜਾਣ ਦਾ। ਉਹ ਸਰੂਪ ਸਮੁੰਦਰ ਦੇ ਕੰਢੇ ਬੱਸ ਖਲੋਤੀ ਗਲ ਗਈ ਤੇ ਵਿੱਚੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸਲਾਬੇ ਗਏ। ਸਾਰੇ ਸਰੂਪਾਂ ਦੀ ਬੇਅਦਬੀ ਹੋਈ। 328 ਸਰੂਪ ਇੱਥੇ ਲਾਪਤਾ ਨੇ। ਕੇਵਲ 328 ਦੀ ਗੱਲ ਨਹੀਂ, ਅੰਦਰ ਖਾਤੇ ਕਿੰਨੇ ਸਰੂਪਾਂ ਦੀ ਬੇਅਦਬੀ ਹੋਈ ਹੈ ਇਹ ਅਜੇ ਗਿਣਤੀ ਤੋਂ ਰਹਿਤ ਹੈ। ਤੇ ਹੈਰਾਨਗੀ ਹੈ, ਸ਼੍ਰੋਮਣੀ ਕਮੇਟੀ ਸੰਸਥਾ ਇਸ ਕਰਕੇ ਬਣਾਈ ਸੀ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਣ ਲਈ। ਜਿਨ੍ਹਾਂ ਨੇ ਸਤਿਕਾਰ ਕਾਇਮ ਰੱਖਣਾ ਸੀ ਉਹ 10 ਰੁਪਈਆਂ ਦੀ ਗੋਲਕ ਦਾ ਹਿਸਾਬ ਤਾਂ ਰੱਖਦੇ ਨੇ। ਇਸ ਵਾਰੀ ਤੁਸੀਂ ਬਜਟ ਵੇਖਿਆ ਨਾ, ਅਖਬਾਰ ਤੁਸੀਂ ਖਬਰਾਂ ਛਾਪੀਆਂ ਵੀ ਬਹੁਤ ਵੱਡਾ ਬਜਟ ਵਿੱਚ ਘਾਟਾ ਪਿਆ ਜੀ। ਸੰਗਤ ਕਰੋਨਾ ਕਰਕੇ ਬੜੀ ਘਾਟਾ ਆਈ ਤੇ ਬੜਾ ਕਰੋੜਾਂ ਰੁਪਈਆਂ ਦਾ ਬਜਟ ਨੂੰ ਘਾਟਾ ਪਿਆ ਹੈ। ਉਹ ਘਾਟੇ ਦੀ ਢਿੱਡ ਪੀੜ ਤਾਂ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਗਏ ਨੇ? ਮਹੀਨਾ ਹੋ ਗਿਆ ਮੋਰਚਾ ਲੱਗਾ, ਸਿੰਘਾਂ ਨੇ ਲਾਇਆ, ਕੋਈ ਬੰਦਾ ਉੱਥੇ ਗਿਆ? ਕੋਈ ਸੰਤ ਇੰਨੀ ਜ਼ਮੀਰਾਂ ਮਰ ਗਈਆਂ ਨੇ ਸਾਡੇ ਲੋਕਾਂ ਦੀਆਂ, ਧਰਮ ਦੇ ਠੇਕੇਦਾਰਾਂ ਦੀਆਂ, ਨਾ ਉੱਥੇ ਕੋਈ ਮਹਾਂਪੁਰਸ਼ ਲੱਭਦਾ। ਸਾਰੇ ਬਾਦਲ ਦੇ ਤੇ ਮੋਦੀ ਭਗਤੀ ਬਣ ਕੇ ਬਹਿ ਗਏ ਨੇ ਤੇ ਕੋਈ ਉੱਥੇ ਵੜਨ ਨੂੰ ਤਿਆਰ ਨਹੀਂ। ਔਰ ਅਸੀਂ ਇਸ ਗੱਲ ਦੀ ਮੰਗ ਕਰਦੇ ਹਾਂ ਵੀ ਜਿਹੜੇ ਦੋਸ਼ੀ ਬੰਦੇ ਨੇ ਉਹਨਾਂ ਨੂੰ ਫੜ ਕੇ ਕਟਹਿਰੇ 'ਚ ਖੜਾ ਕਰੋ, ਜਾਂ ਕੌਮ ਦੇ ਹਵਾਲੇ ਕਰੋ ਤੇ ਜਾਂ ਉਹਨਾਂ ਨੂੰ ਅੰਦਰ ਦਿਓ, ਕੌਮ ਨੂੰ ਇਨਸਾਫ ਦਿਓ। ਜੇ ਸ਼੍ਰੋਮਣੀ ਕਮੇਟੀ ਯਾਰੋ ਮੱਕੇ ਵਿੱਚ ਹੀ ਹਨੇਰ ਕਰਦੀ, ਸ਼੍ਰੋਮਣੀ ਕਮੇਟੀ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੂਗੀ, ਕੌਣ ਸਤਿਕਾਰ ਕਰੇਗਾ? ਦੁਕਾਨਾਂ ਤੇ ਅੱਗੇ ਛਪਦਾ ਸੀ ਸਰੂਪ, ਉੱਥੇ ਬੰਦ ਕਰਤਾ ਵੀ ਉੱਥੇ ਸਤਿਕਾਰ ਨਹੀਂ। ਜਿੱਥੇ ਛਾਪਦੇ ਨੇ ਇਹਨੂੰ ਪੁੱਛੋ ਤੇ ਸਤਿਕਾਰ ਹੈਗਾ? ਮੁਸਲਮਾਨ ਜਿਹੜੇ ਤੰਬਾਕੂ ਚੱਬਣ ਵਾਲੇ ਨੇ, ਉਹਨਾਂ ਦੀ ਜੇਬਾਂ ਵਿੱਚ ਵੀ ਸ਼ਾਇਦ ਤੰਬਾਕੂ ਹੋਵੇ, ਉਹ ਬੰਦਿਆਂ ਨੂੰ ਛਪਾਈ ਤੇ ਉੱਥੇ ਡਿਊਟੀ ਲੱਗੀ ਆ। ਸਾਡੇ ਨੌਜਵਾਨ ਸਿੱਖ ਵੀਰ ਨੌਕਰੀਆਂ ਤੋਂ ਵਿਹਲੇ ਫਿਰਦੇ ਨੇ, ਉਹ ਨਹੀਂ ਉੱਥੇ ਸੇਵਾ ਕਰ ਸਕਦੇ। ਗੈਰ ਧਰਮ ਦੇ ਬੰਦੇ ਜਿਹੜੇ ਨੇ ਉੱਥੇ ਲਾਏ ਹੋਏ ਨੇ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਵਾਸਤਾ ਸੰਬੰਧ ਨਹੀਂ। ਮਾਂ ਬੋਲੀ ਨੂੰ ਕਿੱਦਾਂ ਦੇਖਦੇ ਪੰਜਾਬੀ ਨੂੰ? ਪੰਜਾਬ ਸਾਡੀ ਜਿਹੜੀ ਬੋਲੀ ਮਾਂ ਬੋਲੀ ਹੈ, ਇਹ ਸਾਡੀ ਮਾਂ ਬੋਲੀ ਹੈ। ਅਸੀਂ ਇਹਦੇ ਨਾਲ ਆ। ਮਾਂ ਤੋਂ ਬਗੈਰ ਪੁੱਤਰ ਕਿਸ ਕੰਮ ਦਾ? ਜੇ ਸਾਡੀ ਪੰਜਾਬੀ ਨਾ ਰਹੀ, ਸਾਡੀ ਮਾਂ ਭਾਸ਼ਾ ਹੀ ਨਾ ਰਹੀ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਬੱਚੇ ਕਿੱਥੋਂ ਪੜ੍ਹਨਗੇ? ਇਹ ਸਾਰੇ ਥਾਵਾਂ ਤੇ ਜਿਵੇਂ ਕਸ਼ਮੀਰ 'ਚ ਹੁਣ ਬੰਦ ਕੀਤੇ ਜਾਂਦੇ ਨੇ, ਥਾਂ ਤੇ ਧੱਕੇ ਕੀਤੇ ਜਾਂਦੇ ਨੇ। ਕੈਨੇਡਾ ਹੀ 2 ਨੰਬਰ ਤੇ ਪੰਜਾਬੀ ਬੋਲੀ ਨੂੰ ਸਕੂਲਾਂ ਕਾਲਜਾਂ 'ਚ ਲਾਇਆ। ਜਿਸ ਦੇਸ਼ ਵਿੱਚ ਅਸੀਂ ਰਹਿ ਰਹੇ ਹਾਂ ਉੱਥੇ ਸਾਡੀ ਪੰਜਾਬੀ ਮਾਂ ਬੋਲੀ ਜਿਹੜੀ ਉਹਨੂੰ ਬੰਦ ਕੀਤਾ ਜਾਂਦਾ। ਕਿਲੋਮੀਟਰਾਂ ਤੇ ਹਿੰਦੀ ਔਰ ਥਾਂ ਦੇ ਬੋਰਡ ਜਿਹੜੇ ਹਿੰਦੀ 'ਚ ਲੱਗੇ ਨੇ। ਅਸੀਂ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਸਾਨੂੰ ਇਨਸਾਫ ਮਿਲਣਾ ਚਾਹੀਦਾ। ਅਸੀਂ ਪੰਜਾਬੀ ਹੈ, ਸਾਡੀ ਮਾਤ ਭਾਸ਼ਾ ਪੰਜਾਬੀ ਹੈ, ਸਾਨੂੰ ਪੰਜਾਬੀ ਨਾਲ ਹੈ, ਇਸ ਕਰਕੇ ਉਹ ਪੰਜਾਬੀ ਬੋਲਣੀ ਤੇ ਲਿਖਣੀ ਚਾਹੀਦੀ ਹੈ। ਪੰਜਾਬ ਦੇ ਕਾਲੇ ਦੌਰ 'ਚ ਅੱਤਵਾਦੀਆਂ ਨਾਲ ਲੋਹਾ ਲੈਣ ਵਾਲੇ ਸ਼ੌਰੀਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਨੂੰ ਭਿੱਖੀ ਪਿੰਡ 'ਚ ਨਿੱਜੀ ਸਕੂਲ 'ਚ ਗੋਲੀਆਂ ਨਾਲ ਛੱਲੀ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਤੋਂ ਬਾਅਦ ਪਰਿਵਾਰ 'ਚ ਕਾਫੀ ਰੋਸ ਹੈ ਅਤੇ ਉਹਨਾਂ ਨੇ ਪੁਲਿਸ ਤੇ ਗੰਭੀਰ ਦੋਸ਼ ਲਗਾਏ ਨੇ। ਦੇਖੋ ਪੂਰੀ ਖਬਰ। ਅੱਤਵਾਦ ਨੇ ਲੜੇ 40-45 ਆਪਣੇ ਉਦੋਂ ਸਿੱਧੀ ਗੱਲ ਉਦੋਂ ਪੁਲਿਸ ਵੀ ਮੰਜਾ ਥੱਲੇ ਵੜਦੀ ਸੀ ਜਦੋਂ ਅਸੀਂ ਲੜਦੇ ਰਹੇ ਸਾਡਾ ਹੀਰਾ ਬੰਦਾ ਮਾਰਿਆ ਗਿਆ, ਉਹਦੇ ਕੋਲੇ ਗਨਮੈਨ ਨਹੀਂ, ਅੱਤਵਾਦੀਆਂ ਦੇ ਹੇਠ ਲਿਸਟ ਦਾ ਬੰਦਾ ਹੋਵੇ ਤੇ ਉਹ ਸਿਕਿਉਰਿਟੀ ਨਹੀਂ ਹੈਗੀ।
ਕਤਲ ਦੀਆਂ ਖੌਫਨਾਕ ਤਸਵੀਰਾਂ ਤੁਸੀਂ ਦੇਖੀਆਂ। ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੋ ਚੁੱਕੀ ਹੈ। ਇਹ ਖੂਨ ਨਾਲ ਲਥਪਥ ਪਿਆ ਵਿਅਕਤੀ ਕੋਈ ਆਮ ਨਹੀਂ ਬਲਕਿ ਪੰਜਾਬ ਦੇ ਕਾਲੇ ਦੌਰ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਣ ਵਾਲਾ ਸ਼ੌਰਯ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਹੈ, ਜਿੱਥੇ ਉਹਨਾਂ ਵੱਲੋਂ ਚਲਾਏ ਜਾ ਰਹੇ ਨਿੱਜੀ ਸਕੂਲ ਵਿੱਚ ਉਹਨਾਂ ਦੇ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ। ਪਿਛਲੇ ਸਮੇਂ ਦੌਰਾਨ ਉਹਨਾਂ ਤੇ ਕਈ ਜਾਨਲੇਵਾ ਹਮਲੇ ਹੋਏ। ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪੁਲਿਸ ਨਾਲ ਬਹਿਸ ਕੀਤੀ ਕਿ ਹੁਣ ਤੱਕ 42 ਹਮਲੇ ਹੋ ਚੁੱਕੇ ਪੁਲਿਸ ਕੋਲ ਰਜਿਸਟਰਡ ਨੇ। ਉਹਨਾਂ ਕਿਹਾ ਕਿ ਪਰਿਵਾਰ ਅੱਤਵਾਦੀਆਂ ਦੀ ਹਿੱਟ ਲਿਸਟ ਤੇ ਸੀ ਪਰ ਫਿਰ ਵੀ ਸੁਰੱਖਿਆ ਕਿਉਂ ਨਹੀਂ ਸੀ। ਦੇਖੋ ਪਰਿਵਾਰ ਦਾ ਗੁੱਸਾ ਅਤੇ ਪੁਲਿਸ ਨਾਲ ਕੀਤੀ ਬਹਿਸਬਾਜ਼ੀ। ਹੁਣ ਇਹਨਾਂ ਗੱਲਾਂ ਦਾ ਕੋਈ ਫਾਇਦਾ ਦੁਨੀਆ ਦਾ ਰਿਕਾਰਡ ਬਾਬੀ ਦੁਨੀਆ ਦਾ ਰਿਕਾਰਡ ਤੇ ਪਹਿਲਾਂ ਕਮੇਟੀ ਹੋ ਵਾਪਸ ਦੁਨੀਆ ਦਾ ਰਿਕਾਰਡ ਇੱਕ ਪਰਿਵਾਰ ਨੂੰ 4 ਅਵਾਰਡ ਮਿਲੇ ਆ। ਅੱਤਵਾਦ ਨਾਲ ਲੜੇ 40-45 ਹਮਲੇ ਉਦੋਂ ਸਿੱਧੀ ਗੱਲ ਉਦੋਂ ਪੁਲਿਸ ਵੀ ਮੰਜਾ ਥੱਲੇ ਵੜਦੀ ਸੀ ਜਦੋਂ ਅਸੀਂ ਲੜਦੇ ਰਹੇ ਆ। ਸਾਡੇ ਘਰ ਪੁਲਿਸ ਵਾਲੇ ਛੁੱਟੀ ਆਉਂਦੇ ਸਾਡੇ ਘਰਾਂ 'ਚ ਆ ਕੇ ਸੁਣਦੇ ਹੁੰਦੇ ਸੀ ਵੀ ਸਾਨੂੰ ਮਾਰ ਨਾ ਜਾਣ। ਮੇਰਾ ਬ੍ਰਦਰ ਹੈ ਛੋਟਾ ਹੈ ਤੇ ਜੇ ਸਿਕਿਉਰਿਟੀ ਨਾ ਲੈਂਦੇ ਦੁੱਕੀ ਚੱਕੀ ਨੂੰ ਬੰਦੇ ਦੇ ਦਿੱਤੇ। ਮੇਰੀ ਗੱਲ ਸੁਣੋ ਹਾਂਜੀ ਮੈਂ ਇੱਥੇ ਕਾਦੇ ਵਾਸਤੇ ਆਇਆ ਹੁਣ ਕੀ ਫਾਇਦਾ ਸਾਹਿਬ ਹੁਣ ਕੀ ਫਾਇਦਾ ਇੱਕ ਇਹ ਦੁੱਕੀ ਟਿੱਕੀ ਸਮੈਕੀਆਂ ਕੋ ਸਕਿਉਰਟੀ ਆ ਸਾਡਾ ਹੀਰਾ ਬੰਦਾ ਮਾਰਿਆ ਗਿਆ ਉਹਦੇ ਕੋਲੇ ਗਨਮੈਨ ਨਹੀਂ ਅੱਤਵਾਦੀਆਂ ਦੇ ਹੇਠ ਲਿਸਟ ਦੇ ਬੰਦਾ ਹੋਵੇ ਤੇ ਉਹ ਸਕਿਉਰਟੀ ਨਹੀਂ ਹੈਗੀ। ਨਹੀਂ ਸਪਾਂਸਾ ਦਾ ਕਾਰਨ ਤੇ ਦੱਸਣ ਵਾਪਸ ਕਿਉਂ ਲਈ ਹੈ ਦੱਸਣ ਕਿਉਂ ਲਈ ਵਾਪਸ ਕਿਉਂ ਲਈ ਇਹਦਾ ਕਾਰਨ ਦੱਸੋ ਪਹਿਲਾਂ ਕਿੰਨੇ ਲਈ ਤੇ ਕਿਉਂ ਲਈ ਉਹ ਵਾਪਸ? ਕਾਂਗੜੀ ਇਹ ਕਹਿੰਦੇ ਆ ਵੀ ਸਾਡੇ ਕੋਲ ਆਈ ਨਹੀਂ ਤੁਸੀਂ ਦੱਸੋ ਵੀ ਕਿੱਥੇ ਕਿੱਥੇ ਤੁਸੀਂ ਗਏ ਨਹੀਂ। ਇਸ ਮੌਕੇ ਪਰਿਵਾਰਕ ਮੈਂਬਰ ਨੇ ਪੁਲਿਸ ਤੇ ਕਈ ਗੰਭੀਰ ਦੋਸ਼ ਲਗਾਏ। ਕੀ ਨੇ ਪਰਿਵਾਰ ਦੇ ਇਲਜ਼ਾਮ ਅਤੇ ਇਨਸਾਫ ਕੀ ਮੰਗਿਆ, ਦੇਖੋ। ਸਾਡੇ ਅੱਜ ਸਾਡੇ ਇਲਾਕੇ ਦਾ ਪਿੰਡ ਦਾ ਇੱਕ ਹੀਰਾ ਇਨਸਾਨ ਕੌਮ ਦਾ ਹੀਰਾ ਜਿਹਨੂੰ ਕਿਹਾ ਜਾ ਸਕਦਾ ਜਿਨੇ ਅੱਤਵਾਦ ਵੇਲੇ ਬਲਕਿ ਸਾਰੇ ਪਰਿਵਾਰ ਨੇ ਹੱਥ ਦੇ ਡਾ ਕੇ ਲੜਾਈ ਲੜੀ ਸ਼ੌਰਯ ਚੱਕਰ ਸਾਡਾ ਸਾਰੇ ਪਰਿਵਾਰ ਨੂੰ ਮਿਲਿਆ ਹੋਇਆ ਸੀ। ਅੱਜ ਇੱਕ ਪੁਲਿਸ ਦੀ ਨਾਕਾਮੀ ਕਰਕੇ ਸਾਡਾ ਹੀਰਾ ਜਿਹੜਾ ਕੌਮ ਦਾ ਸਾਡੇ ਤੋਂ ਖੋਹ ਲਿਆ ਗਿਆ। ਆਈਜੀ ਪਰਮਾਰ ਦੇ ਤਰਲੇ ਕੱਢੇ ਸਾਡੇ ਸਾਰੇ ਕਾਂਗਰਸ ਪਰਿਵਾਰ ਨੇ ਇਕੱਠੇ ਹੋ ਕੇ ਡੀਜੀਪੀ ਨੂੰ ਚਿੱਠੀਆਂ ਲਿਖੀਆਂ ਵੀ ਇਹਨੂੰ ਖਤਰਾ ਵਾ ਇਹਦੀ ਸਿਕਿਉਰਿਟੀ ਵਾਪਸ ਨਾ ਲਈ ਜਾਵੇ। ਅੱਜ ਜੇ ਸਾਡਾ ਐਡਾ ਵੱਡਾ ਕੌਮ ਦਾ ਹੀਰਾ ਸਾਡੀ ਮਰਿਆ ਤੇ ਸਿਰਫ ਪੁਲਿਸ ਦੀ ਨਾਕਾਮੀ ਕਰਕੇ ਅੱਜ ਦੁੱਕੀਆਂ ਤਿੱਕੀਆਂ ਨੂੰ ਸਮੈਕੀਆਂ ਨੂੰ ਸਿਕਿਉਰਿਟੀ ਪੁਲਿਸ ਨੇ ਦਿੱਤੀ ਆ। ਸਾਡੀ ਸਾਡੇ ਕਾਂਗਰਸ ਕੋਲ ਇੰਨਾ ਮਹੀਨਾ ਪਹਿਲੋਂ ਸਿਕਿਉਰਿਟੀ ਖੋ ਗਏ ਜਾਣ ਬੁੱਝ ਕੇ ਪੁਲਿਸ ਦੀ ਨਾਕਾਮੀ ਦੇ ਕਾਰਨ ਸਾਡਾ ਇਹ ਹੀਰਾ ਮਾਰਿਆ ਗਿਆ। ਕਾਮਰੇਡ ਬਲਵਿੰਦਰ ਸਿੰਘ ਤੇ ਪਹਿਲਾਂ ਵੀ ਕਾਫੀ ਹਮਲੇ ਹੋਏ ਆ। ਮੈਂ ਨਾ ਜੀ ਜਦੋਂ ਤੋਂ ਮਤਲਬ ਕਿ ਸੰਘਰਸ਼ ਅੱਤਵਾਦ ਦੇ ਵਿੱਚ ਜਦੋਂ ਦਾ ਸੰਘਰਸ਼ ਦੇ ਵਿੱਚ ਮਤਲਬ ਕਿ ਖਿਲਾਫ ਕਰਦੇ ਸੀ ਉਦੋਂ ਤੋਂ ਹੀ ਇਹਨਾਂ ਦੇ ਹਮਲੇ ਹੁੰਦੇ ਆਏ ਆ। ਪੁਲਿਸ ਨੂੰ ਪਤਾ ਇੰਟੈਲੀਜੈਂਸੀ ਤੇ ਇਹਨਾਂ ਦੀ ਖਤਮ ਹੀ ਹੋ ਗਈ। ਇਹਨਾਂ ਨੂੰ ਪਤਾ ਹੀ ਨਹੀਂਗਾ ਵੀ ਇੰਟੈਲੀਜੈਂਸੀ ਇਹਨਾਂ ਦੀ ਖਤਮ ਹੀ ਹੋ ਗਈ। 8 ਮਹੀਨੇ ਪਹਿਲਾਂ ਵੀ ਪੱਲੇ ਹੀ ਕੱਖ ਨਹੀਂ। ਹੁਣ ਕਿਸ ਤਰ੍ਹਾਂ ਮੰਗ ਕਿਸ ਤਰ੍ਹਾਂ ਕਰਦੇ ਹੋ ਜੋ ਕਤਲ ਮੰਗ ਇਹ ਆ ਜੀ ਜਿਹੜੇ ਇਹਦੇ ਮਤਲਬ ਕਿ ਚਲੋ ਜਿਹੜੇ ਮਤਲਬ ਕਿ ਗੁਨਾਹਗਾਰ ਨੇ ਉਹਨਾਂ ਨੂੰ ਫੜ ਕੇ ਫਾਹੇ ਦਿੱਤਾ ਜਾਵੇ। ਪੁਲਿਸ ਤੇ ਵੀ ਕਾਰਵਾਈ ਹੋਵੇ ਜਿਨ੍ਹਾਂ ਨੇ ਮਤਲਬ ਕਿ ਦੀ ਸਿਕਿਉਰਿਟੀ ਵਾਪਸ ਲਈ। ਉਧਰ ਮੌਕੇ ਤੇ ਪਹੁੰਚੇ ਐਸਐਸਪੀ ਨਿਬੋਲੀ ਨੇ ਕਿਹਾ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਸਮੇਤ ਹਰ ਪਹਿਲੂ ਨੂੰ ਜਾਂਚ ਕਰਕੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਵੇਗੀ। ਪੜਤਾਲ ਕਰ ਰਹੇ ਹਾਂ ਜੀ, ਠੀਕ ਹੈ। ਹੁਣ ਤੱਕ ਦੀ ਜੋ ਇਨਫੋਰਮੇਸ਼ਨ ਹੈ ਉਹਦੇ ਮੁਤਾਬਿਕ ਦੋ ਬੰਦੇ ਆਏ ਸੀਗੇ। ਉਹਦੇ 'ਚ ਇੱਕ ਬੰਦੇ ਨੇ ਅੰਦਰ ਆ ਕੇ ਇਹਨਾਂ ਨੂੰ ਘਰ ਦੇ ਅੰਦਰ ਆ ਕੇ ਮਾਰਿਆ ਹੈਗਾ। FIR ਰਜਿਸਟਰ ਕੀਤੀ ਹੈ ਔਰ ਅਸੀਂ ਪੜਤਾਲ ਕਰ ਰਹੇ ਹਾਂ। ਸਰ ਪਰਿਵਾਰ ਦਾ ਇਲਜ਼ਾਮ ਹੈ ਵੀ ਜਿਹੜਾ ਆਈਜੀ ਪਰਮਾਰ ਨੂੰ ਤੇ ਉੱਚ ਅਧਿਕਾਰੀਆਂ ਨੂੰ ਪੁਲਿਸ ਦਿਆਂ ਨੂੰ ਕਿਹਾ ਸੀਗਾ ਵੀ ਇਹਨਾਂ ਦੀ ਸਿਕਿਉਰਿਟੀ ਵਾਪਸ ਨਾ ਲਓ। ਉਹ ਸਿਕਿਉਰਿਟੀ ਲੈਣ ਦੇ ਨਾਲ ਜਿਹੜਾ ਇਹਨਾਂ ਦਾ ਹੁਣ ਕਤਲ ਹੋਇਆ ਜੀ ਉਹ ਬਸ ਅਭੀ ਐਗਜ਼ਾਮਿਨ ਕਰ ਲਾਂਗੇ ਜੀ। ਸਰ ਬੀਤੇ ਕੁਝ ਦਿਨ ਪਹਿਲਾਂ ਵੀ ਭਿੱਖੀਵਿੰਡ ਦੇ ਵਿੱਚ ਕਤਲ ਹੋਇਆ ਸੀਗਾ। ਪੁਲਿਸ ਦੀ ਢਿੱਲੀ ਕਾਰਜਕਾਰੀ ਕਿਉਂ ਆ? ਦੇਖੋ ਮਰਡਰ ਕਿਵੇਂ ਹੁੰਦਾ ਹੈ ਜੀ, ਉਹ ਇਮੋਸ਼ਨਲ ਉਸ ਟਾਈਪ ਦਾ ਕ੍ਰਾਈਮ ਹੈ ਕਿ ਐਕਸਟੈਂਪਰ ਹੁੰਦਾ ਹੈ ਤਾਂ ਉਹਦੇ ਵਾਸਤੇ ਆਪਾਂ ਇਹ ਚੀਜ਼ ਨਹੀਂ ਕਹਿ ਸਕਦੇ ਕਿ ਮਰਡਰ ਜ਼ਿਆਦਾ ਹੋਇਆ ਘੱਟ ਹੋਇਆ ਹੈ ਨਾ। ਉਹ ਇਮੋਸ਼ਨਲ ਐਂਗਲ ਹੈ ਉਹਦੇ ਵਿੱਚ ਜੋ ਤੁਸੀਂ ਕਹਿ ਰਹੇ ਹੋ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਹੁਣ ਸਰ ਕਿਸ ਤਰ੍ਹਾਂ ਜਾਂਚ ਚੱਲ ਰਹੀ ਹੈ? ਹਾਂ ਚੱਲ ਰਹੀ ਹੈ ਜੀ ਉਹਦੇ ਬਾਰੇ ਨਾ ਜਲਦੀ ਅਸੀਂ ਜੋ ਵੀ ਹੈਗਾ ਇਹਦੇ ਪਿੱਛੇ ਬੰਦੇ ਉਹਨਾਂ ਨੂੰ ਫੜ ਕੇ ਜਲਦੀ ਕਰ ਲਾਂਗੇ ਜੀ। ਜ਼ਿਰਕਪੁਰ ਦੇ ਬਸੰਤ ਬਿਹਾਰ 'ਚ ਪਤੀ ਨੇ ਬੇਰਹਿਮੀ ਨਾਲ ਆਪਣੀ ਹੀ ਪਤਨੀ ਨੂੰ ਗਲਾ ਕੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੂੰ ਔਰਤ ਦੇ ਮੁੰਡੇ ਨੇ ਫੋਨ ਕਰਕੇ ਦੱਸਿਆ ਫਿਲਹਾਲ ਆਰੋਪੀ ਮੌਕੇ ਤੋਂ ਫਰਾਰ ਹੈ। ਪੁਲਿਸ ਨੇ ਆਰੋਪੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਸਵੀਰਾਂ ਜ਼ਿਰਕਪੁਰ ਦੇ ਬਸੰਤ ਵਿਹਾਰ ਮਕਾਨ ਨੰਬਰ 129 ਦੀਆਂ, ਜਿੱਥੇ ਪਤੀ ਨੇ ਬੇਰਹਿਮੀ ਨਾਲ ਆਪਣੀ ਪਤਨੀ ਨੂੰ ਗਲਾ ਕੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਔਰਤ ਦੇ ਬੇਟੇ ਨੇ ਫੋਨ ਕਰਕੇ ਦੱਸਿਆ ਔਰਤ ਦੀ ਲਾਸ਼ ਬਾਥਰੂਮ 'ਚ ਪਈ ਸੀ ਤੇ ਬਾਥਰੂਮ ਨੂੰ ਤਾਲਾ ਲੱਗਿਆ ਹੋਇਆ ਸੀ, ਜੋ ਤਸਵੀਰਾਂ 'ਚ ਤੁਸੀਂ ਦੇਖ ਹੀ ਲਿਆ। ਕਤਲ ਘਰੇਲੂ ਕਲੇਸ਼ ਕਰਕੇ ਹੋਇਆ, ਦੋਸ਼ੀ ਮੌਕੇ ਤੋਂ ਫਰਾਰ ਹੈ। ਗੁਆਂਢੀਆਂ ਨੇ ਕਿਹਾ ਕਿ ਔਰਤ ਬਹੁਤ ਚੰਗੀ ਸੀ। ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਨਰਪਿੰਦਰ ਸਿੰਘ SHO ਨੇ। ਉਹਨਾਂ ਦੱਸਿਆ ਕਿ ਸਾਨੂੰ ਲਗਭਗ 12:30 ਦੇ ਕਰੀਬ 112 ਤੇ ਫੋਨ ਆਇਆ ਸੀ। ਮ੍ਰਿਤਕ ਦੇ ਪੁੱਤਰ ਰੂਬਲ ਨੇ ਦੱਸਿਆ ਹੈ ਕਿ ਇਹ ਕਤਲ ਉਸਦੇ ਪਿਤਾ ਦੁਆਰਾ ਕੀਤਾ ਗਿਆ, ਕਿਉਂਕਿ ਉਸਨੇ ਆਪਣੇ ਪਿਤਾ ਨੂੰ ਫੋਨ ਕੀਤਾ ਸੀ ਤਾਂ ਪਿਤਾ ਨੇ ਕਿਹਾ ਕਿ ਮੇਰੇ ਤੋਂ ਇਹ ਗਲਤੀ ਹੋਈ ਹੈ। ਹੋਰ ਕੀ ਕਿਹਾ ਪੁਲਿਸ ਨੇ, ਆਓ ਦੇਖਦੇ ਹਾਂ। ਥੋੜਾ ਦੇਖੋ ਸਾਨੂੰ 12:30 ਵਜੇ 112 ਤੇ ਇਤਲਾਹ ਆਈ ਆ ਵੀ ਇੱਕ ਬੱਚੇ ਨੇ ਫੋਨ ਕੀਤਾ ਹੈ। ਬੱਚੇ ਦਾ ਨਾਮ ਹੈਗਾ ਰੂਬਲ ਸੈਣੀ। ਉਹਨੇ ਫੋਨ ਕੀਤਾ ਵੀ ਮੇਰੀ ਮਦਰ ਦਾ ਕਿਸੇ ਨੇ ਮਰਡਰ ਕਰਤਾ ਤੇ ਅਸੀਂ ਤੁਰੰਤ ਮੌਕੇ ਤੇ ਆਏ ਹਾਂ। ਮੌਕੇ ਤੇ ਆਉਂਦੇ ਸਾਰ ਰੂਬਲ ਸੈਣੀ ਸਾਨੂੰ ਜਿਹੜਾ ਬੇਟਾ ਰੋ ਰਿਹਾ ਸੀ ਉਹ ਮਿਲਿਆ। ਉਹਨੇ ਪੁੱਛਿਆ ਵੀ ਕੀ ਹੋਇਆ। ਉਹਨੇ ਪੁੱਛਿਆ, ਉਹ ਕਹਿੰਦਾ ਵੀ ਮੇਰੇ ਫਾਦਰ ਨੂੰ ਮੈਂ ਫੋਨ ਕਰਦਾ ਰਿਹਾ ਤੇ ਉਹਨੇ ਕਿਹਾ ਵੀ ਇਹ ਚੀਜ਼ ਮੇਰੇ ਤੋਂ ਗਲਤੀ ਹੋਈ ਆ ਤੇ ਉਹ ਕਹਿੰਦਾ ਵੀ ਘਰੋਂ ਭੱਜ ਗਿਆ ਤੇ ਉਹਦੇ ਫੋਨ ਸਵਿਚ ਆਫ ਆ ਰਹੇ ਨੇ। ਅਸੀਂ ਟੀਮ ਨਾਲ ਨੇ ਰੇਡ ਪਾਰਟੀਆਂ ਬਣਾ ਕੇ ਭੇਜਤੀਆਂ। ਜਿੱਥੇ ਇੱਥੇ ਸਾਨੂੰ ਲੋਕੇਟ ਹੋ ਰਿਹਾ ਉਹ ਐਕਟਿਵਾ ਤੇ ਨਿਕਲੇ ਤੇ ਜਿੱਥੇ ਵੀ ਸਾਨੂੰ ਲੋਕੇਟ ਹੋ ਰਿਹਾ ਨੇ 5-6 ਟੀਮਾਂ ਬਣਾਈਆਂ ਆਪਣੀਆਂ, ਉੱਥੇ ਭੇਜਤੀਆਂ ਹੈਗੀਆਂ ਟੀਮਾਂ ਤੇ ਟੋਲ ਬੈਰੀਅਰ ਬੱਸ ਸਟੈਂਡ ਰੇਲਵੇ ਸਟੇਸ਼ਨ ਜਿੱਥੇ ਵੀ ਕਿਤੇ ਕੋਈ ਟ੍ਰੇਸ ਹੁੰਦਾ ਸੀ। ਸਰ ਕੀ ਕਾਰਨ ਕੀ ਰਿਹਾ ਜੀ, ਕੁਝ ਪਤਾ ਲੱਗਿਆ ਮੁੱਢਲੀ ਜਾਂਚ ਦੇ ਵਿੱਚ? ਇਹ ਉਹਦਾ ਬੇਟਾ ਕਹਿੰਦਾ ਸੀ ਘਰੇਲੂ ਝਗੜਾ ਰਹਿੰਦਾ ਸੀਗਾ ਜੀ। ਇਹ ਬੇਟੇ ਨਾਲ ਕੀਤਾ ਗਿਆ ਜੀ। ਇਹ ਸ਼ਾਰਪ ਵੈਪਨ ਵਰਤਿਆ ਗਿਆ ਜੀ। ਸਰ ਕਿੰਨੇ ਬਾਕੀ ਅਸੀਂ ਪੋਸਟਮਾਰਟਮ ਕਰਵਾ ਰਹੇ ਹਾਂ ਜੀ। ਪੋਸਟਮਾਰਟਮ ਦੀ ਰਿਪੋਰਟ ਤੋਂ ਸਰ ਕਿੰਨੇ ਕੁ ਵਜੇ ਦਾ ਹਾਦਸਾ ਹੈ? ਕੁਝ ਸਾਨੂੰ 12:30 ਵਜੇ ਇਤਲਾਹ ਆਈ ਹੈ ਜੀ ਤੇ ਉਸ ਤੋਂ ਉਹਦੇ ਬੇਟੇ ਨੇ ਦੱਸਿਆ ਵੀ ਮੈਂ ਜਦੋਂ ਸਵੇਰੇ 10 ਵਜੇ ਕਰੀਬ ਉਹਦੀ ਮਦਰ ਹੈ ਨਹੀਂ ਸੀ। ਇਹ ਸਾਨੂੰ ਜਿੱਥੋਂ ਐਂ ਲੱਗਦਾ ਵੀ ਇਹਨੇ ਸੁੱਤੀ ਪਈ ਸੀ, ਰਾਤ ਨੂੰ ਸੁੱਤੀ ਪਈ ਦਾ ਕੀਤੀ ਹੈ। ਸਰ ਇਹ ਜਿਹੜੇ ਇਹਦੀ ਸਟੈਬਿੰਗ ਦੇ ਕਿੰਨੇ ਕੁ ਨਿਸ਼ਾਨ ਨੇ, ਜਿਹੜਾ ਮੋਟੇ ਤੁਹਾਡੀ ਉਹਦੇ ਚ ਪ੍ਰਾਇਮਰੀ ਜਿਹੜੀ ਉਹਦੇ ਅਸੀਂ ਜਿਹੜੀ ਫੋਰੈਂਸਿਕ ਟੀਮ ਆਈ ਹੈ ਸਾਡੀ, ਉਹਦੇ ਤੇ ਸਾਰੇ ਅਸੀਂ ਨੇ ਲੈ ਲਏ ਹੈਗੇ ਆ। ਜਿਹੜੇ ਇਹਦੇ ਨਿਸ਼ਾਨ ਵਗੈਰਾ ਨੇ ਸਾਰੇ ਲੈ ਲਏ ਆ ਤੇ ਉਹਦੇ ਲੈ ਕੇ ਅਸੀਂ ਨੇ ਉਹਨਾਂ ਨੂੰ ਸਾਡੇ ਕੋਲ ਫੋਰੈਂਸਿਕ ਰਿਪੋਰਟ ਆ ਗਈ। ਸਰ ਕਿੱਥੇ ਜ਼ਖਮ ਹੈ ਬੋਡੀ ਤੇ? ਇਹਦੀ ਬੋਡੀ ਦੇ ਗਲੇ ਤੇ ਜ਼ਖਮ ਹੈ, ਗਲਾ ਕੱਟਿਆ ਹੋਇਆ। ਠੀਕ ਹੈ। ਵਾਸ਼ਰੂਮ ਸੀ, ਵਾਸ਼ਰੂਮ ਲੌਕ ਸੀਗਾ ਜੀ। ਇਹਦੇ ਬੱਚੇ ਕਿੰਨੇ ਜੀ ਟੋਟਲ? ਇਹਦੇ 2 ਬੱਚੇ ਨੇ ਜੀ। ਅੱਛਾ ਜੀ। ਦੋਨੋਂ ਬੇਟੇ ਨੇ ਜੀ। 2 ਬੇਟੇ ਨੇ। ਹਾਂਜੀ, ਇੱਕ ਦੀ ਉਮਰ 20 ਸਾਲ ਹੈਗੀ ਆ ਤੇ ਜਿਹਨੇ ਸਾਨੂੰ ਇਨਫੋਰਮ ਕੀਤਾ ਰੂਬਲ ਸੈਣੀ, ਤੇ ਇੱਕ ਛੋਟਾ ਬੱਚਾ ਹੈਗਾ ਉਹਦਾ ਨਾਮ ਹੈ ਕੌਸ਼ਲ, ਉਹ 8 ਸਾਲ ਦਾ ਹੈਗਾ ਜੀ। ਸਰ ਕਿੱਦਾਂ ਪਤਾ ਲੱਗਿਆ ਕਿ ਵਾਸ਼ਰੂਮ 'ਚ ਬੋਡੀ ਪੜੀ ਹੈ? ਵਾਸ਼ਰੂਮ 'ਚ ਬੇਟੇ ਨੇ ਦੱਸਿਆ ਜੀ। ਬੇਟੇ ਨੇ ਹੀ ਦੇਖਿਆ ਵੀ ਵਾਸ਼ਰੂਮ ਲੌਕ ਸੀ। ਬੇਟੇ ਨੇ ਤੋੜਿਆ, ਉੱਥੋਂ ਦਰਵਾਜ਼ਾ ਤੋੜਿਆ ਸੀ। ਉਸ ਤੋਂ ਬਾਅਦ ਜਦੋਂ ਉਹਨੇ ਦੇਖਿਆ ਤੇ 112 ਤੇ ਕਾਲ ਕੀਤੀ ਆ ਤੇ 112 ਦੀ ਕਾਲ ਤੋਂ ਤੁਰੰਤ ਹੀ ਅਸੀਂ ਇੱਥੇ ਹਾਜ਼ਰ ਪਹੁੰਚ ਗਏ ਤੇ ਆਪਣੇ ਰੇਡ ਪਾਰਟੀਆਂ ਭੇਜਤੀਆਂ ਹੈਗੀਆਂ ਜੀ। ਤੇ ਹੁਣ ਡੈਡ ਬੋਡੀ ਕਿੱਥੇ? ਜਲਦੀ ਅਸੀਂ ਉਹਦੇ ਬੇਟੇ ਦੇ ਬਿਆਨ ਤੇ FIR ਲੌਜ ਕਰ ਰਹੇ ਹਾਂ ਤੇ ਜਲਦੀ ਹੀ ਅਸੀਂ ਉਹਨੂੰ ਅਰੈਸਟ ਕਰ ਲਾਂਗੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।